ਦੇਖੋ ਜੀ, ਜੋ ਸਰਕਾਰ ਨੇ ਇਹ ਨਵਾਂ ਰਿਵਾਜ ਤੋੜ ਲਿਆ ਫ੍ਰੀ ਦੇ ਰਿਵਾਜ ਐਲਾਨ ਕਰਨ ਦਾ, ਇਹ ਬਹੁਤ ਜ਼ਿਆਦਾ ਗਲਤ ਆ। ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਲੈ ਕੇ ਜਾਊਗਾ। ਮੇਰੀ ਤਾਂ ਕਾਂਗਰਸ ਦੇ ਵਿੱਚ ਚੱਲਦੀ ਹੋਈ ਨਹੀਂ, ਮੇਰੀ ਤਾਂ ਕੋਈ ਸੁਣਦਾ ਹੀ ਨਹੀਂ। ਜੇ ਮੇਰੀ ਕੋਈ ਚੱਲਦੀ ਹੋਵੇ ਮੈਂ ਤਾਂ ਇਸ ਤਰ੍ਹਾਂ ਕਰ ਦੂੰ, ਉਸ ਤਰ੍ਹਾਂ ਕਰ ਦੂੰ, ਬਟ ਫਿਰ ਐਲਾਨ ਕਰਨ ਲੱਗ ਗਏ ਨਵਜੋਤ ਸਿੰਘ ਸਿੱਧੂ। ਪਹਿਲਾਂ ਉਹ ਕਹਿ ਰਹੇ ਕਿ ਪੁੱਛਦੇ ਨਹੀਂ, ਬਾਅਦ ਚ ਖੁਦ ਹੀ ਐਲਾਨ ਕਰ ਰਹੇ ਆ। ਮਤਲਬ ਕਿ ਸਾਰੀ ਗੇਮ ਕਿਤੇ ਨਾ ਕਿਤੇ ਉਹਨਾਂ ਦੇ ਹੱਥ ਵਿੱਚ ਵੀ ਹੈਗੀ ਆ, ਫਿਰ ਵੀ ਉਹ ਕਿਉਂ ਕਹਿ ਰਹੇ ਆ ਕਿ ਮੈਨੂੰ ਪੁੱਛਦੇ ਨਹੀਂ। ਉਹਨਾਂ ਦੇ ਸਮੇਂ ਮਤਲਬ ਕਿ ਉਹ ਕੰਮ ਨਹੀਂ ਹੋ ਸਕੇ ਪਰ ਹੁਣ ਕਿਸ ਤਰੀਕੇ ਦੇ ਨਾਲ ਪੜ੍ਹਾਈ ਫ੍ਰੀ ਕਰਕੇ ਜਾਂ ਵੱਡੇ ਐਲਾਨ ਕਰਕੇ ਸਰਕਾਰ ਕਹਿ ਰਹੀ ਆ ਕਿ ਤੁਸੀਂ ਸਰਕਾਰ ਬਣਾਓ ਕਿ ਅਸੀਂ ਤੁਹਾਨੂੰ ਮਤਲਬ ਕਿ ਆਹ ਸਹੂਲਤਾਂ ਦੇਵਾਂਗੇ। ਦੇਖੋ ਜੀ, ਉਹਨਾਂ ਦੇ ਜਿਹੜੇ ਇਹ ਗੱਲਾਂ ਨਾ ਖਾਲੀ ਲਿਫਾਫੇ ਨੇ, ਠੀਕ ਹੈ ਨਾ। ਐਲਾਨ ਕਰਦੇ ਜਾ ਰਹੇ, ਐਲਾਨ ਕਰਦੇ ਨੇ, ਪਰ ਸਵਾਲ ਸਾਡਾ ਇਹ ਆਊ ਕਿੱਥੋਂ? ਕਿਹਦੀਆਂ ਜੇਬਾਂ 'ਚ ਆਊਗਾ? ਸਾਡੀਆਂ ਜੇਬਾਂ 'ਚ ਆਊਗਾ। ਪਲੀਜ਼ ਸਾਨੂੰ ਪਹਿਲਾਂ ਨਵਜੋਤ ਸਿੱਧੂ ਸਾਹਿਬ, ਚੰਨੀ ਸਾਹਿਬ ਇਹ ਐਕਸਪਲੇਨ ਕਰ ਦੇਣ। ਫ੍ਰੀ ਦੇ ਐਲਾਨ ਤਾਂ ਕਰ ਰਹੇ ਨੇ, ਉਹ ਰਿਸੋਰਸਿਸ ਕਿੱਥੋਂ ਲੈ ਕੇ ਆਉਣਗੇ? ਦੇਖੋ, ਜਿਵੇਂ ਆਪਾਂ ਨੂੰ ਕਹਿੰਦੇ ਆ ਕਿ ਖਜ਼ਾਨਾ ਖਾਲੀ ਆ, ਤਾਂ ਫਿਰ ਇੰਨੀ ਵੱਡੀ ਜਿਹੜੀ ਰਕਮ ਆ ਜੋ ਵੀ ਆ ਦੇਣੀ ਕਿੰਨੀ ਔਖੀ ਆ। ਤੇ ਕੁੜੀਆਂ ਕਿਹੜਾ ਥੋੜੀਆਂ, ਬਹੁਤ ਜ਼ਿਆਦਾ ਕੁੜੀਆਂ। ਸਾਡਾ ਵੀ ਸਵਾਲ ਸਿੱਧੂ ਸਾਹਿਬ ਨੂੰ ਆ ਕਿ ਜਿਹੜੀ ਹੁਣ ਸਰਕਾਰ ਚੱਲ ਰਹੀ ਆ ਉਹ ਕਿੰਨਾ ਦੀ ਆ? ਜਿਹੜੀ ਤੁਸੀਂ ਨਵੀਂ ਸਰਕਾਰ ਦੀ ਮੰਗ ਕਰ ਰਹੇ ਹੋ ਉਹ ਕਿੰਨਾ ਦੀ ਹੋਵੇਗੀ ਤੇ ਇਹ ਕਿੰਨਾ ਦੀ ਆ? ਨਹੀਂ, ਮੈਨੂੰ ਨਹੀਂ ਲੱਗਦਾ ਇਹ ਟਿਕ ਪਾਉਣਗੇ ਵੀ ਜੇਕਰ ਚੱਲਦੀ ਨਹੀਂ ਅਸਤੀਫਾ ਕਿਉਂ ਨਹੀਂ ਦਿੱਤਾ। ਅਕੋਰਡਿੰਗ ਟੂ ਰਿਪੋਰਟ ਆਫ ਕੈਗ ਕਿ ਪੰਜਾਬ ਦਾ ਜਿਹੜਾ ਲੋਨ ਹੈ, ਪੰਜਾਬ ਦਾ ਜਿਹੜਾ ਕਰਜ਼ਾ ਹੈ, ਆਉਣ ਵਾਲੇ 5 ਸਾਲਾਂ 'ਚ ਤਿੱਗਣਾ ਹੋ ਜਾਊਗਾ। ਠੀਕ ਹੈ ਜੀ, ਉਹ ਤਿੱਗਣਾ ਹੋ ਜਾਂਦਾ। ਸਾਡੇ ਕੋਲ ਰਿਸੋਰਸਿਸ ਆ, ਸਾਡਾ ਕਰਜ਼ਾ ਉਤਾਰਨ ਨੂੰ ਨਹੀਂ ਹੈਗੇ। ਸਾਡੇ ਜਿਹੜੀ ਇਨਕਮ ਹੋ ਰਹੀ ਹੈ ਪੰਜਾਬ ਦੀ, ਉਹ ਤਾਂ ਸਾਡੇ ਕਰਜ਼ੇ 'ਚ ਚਲੀ ਜਾਂਦੀ ਹੈ। ਅਸੀਂ ਇਹ ਸਾਰਾ ਫ੍ਰੀ ਸਮਾਨ ਦੇਵਾਂਗੇ ਕਿੱਥੋਂ? ਪਹਿਲੀ ਗੱਲ, ਇਹਨਾਂ ਨੂੰ ਰੁਜ਼ਗਾਰ ਹੀ ਦੇਣਾ ਚਾਹੀਦਾ। ਆਪਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਵੀ ਮਤਲਬ ਉਸ ਚੀਜ਼ ਵੱਲ ਭੇਜਣਾ ਇੱਕ ਚੰਗੀ ਗੱਲ ਮੈਨੂੰ ਤਾਂ ਨਹੀਂ ਲੱਗਦਾ। ਤੇ ਹੁਣ ਕਹਿ ਰਹੇ ਆ, ਸਿੱਧੂ ਸਾਹਿਬ ਕਹਿ ਰਹੇ ਆ ਵੀ ਸਾਡੀ ਸਰਕਾਰ ਆਉਣ ਦਿਓ, ਅਸੀਂ ਫਿਰ ਆਹ ਵਾਅਦੇ ਪੂਰੇ ਕਰਾਂਗੇ। ਹੁਣ ਸਰਕਾਰ ਕਿਹਦੀ ਰਹੀ ਆ? ਚਲੋ ਮੰਨਿਆ 4.5 ਸਾਲ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਸੁਣੀ। 100 ਦਿਨ ਹੋ ਗਏ, ਅੱਜ ਪੂਰੇ ਕਰ ਗਈ 100 ਦਿਨ ਕੈਪਟਨ ਦੀ ਚੰਨੀ ਸਰਕਾਰ। ਤੇ ਤੁਹਾਡੇ ਕੋਲੇ ਪਾਵਰ ਸੀ 100 ਦਿਨ, ਤੁਸੀਂ 100 ਦਿਨ 'ਚ ਕੀ ਕੀਤਾ? ਮਿਸਟਰ ਨਵਜੋਤ ਸਿੱਧੂ ਇਜ਼ ਅ ਅਨਸਟੇਬਲ ਪਰਸਨ। ਉਹਨਾਂ ਦਾ ਕੋਈ, ਉਹ ਕਿਤੇ ਟਿੱਕੇ ਨਹੀਂ ਖੜ ਸਕਦੇ, ਕਿਤੇ ਟਿੱਕੇ ਨਹੀਂ ਬਹਿ ਸਕਦੇ। ਉਹਨਾਂ ਦੀ ਤਾਂ ਆਪਣੀ ਪਾਰਟੀ 'ਚ ਨਹੀਂ ਬਣਦੀ, ਵਿਰੋਧੀਆਂ ਨਾਲ ਤਾਂ ਕੀ ਬਣੂਗੀ? ਚੰਨੀ ਸਾਹਿਬ ਤਾਂ ਹੁਣ ਕਹਿੰਦੇ 17 ਯੂਨੀਵਰਸਿਟੀਆਂ ਦਾ 17 ਕਾਲਜ ਖੋਲ੍ਹੇ ਗਏ ਆ। ਪ੍ਰੋਫੈਸਰ ਭਰਤੀ ਨਹੀਂ ਕਰ ਰਹੇ ਤੇ ਕਾਲਜਾਂ 'ਚ ਪੜ੍ਹਾਊ ਕੌਣ? ਰੰਧਾਵਾ ਸਾਹਿਬ ਦਾ ਵੀ ਬਿਆਨ ਆਇਆ ਕਿ ਸਿੱਧੂ ਸਾਹਿਬ ਹੋਮ ਮਿਨਿਸਟਰ ਬਣਨਾ ਚਾਹੁੰਦੇ ਨੇ। ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਉਹ ਕੀ ਚਾਹੁੰਦੇ ਨੇ, ਕੀ ਨਹੀਂ ਚਾਹੁੰਦੇ ਹੈਗੇ। ਤੇ ਅਸੀਂ ਤਾਂ ਰੁਜ਼ਗਾਰ ਵੱਲੋਂ ਤਰਸਦੇ ਫਿਰਦੇ ਆ। ਸਾਨੂੰ ਤਾਂ ਮੈਨੂੰ ਲੱਗਦਾ ਤਰਸ ਦੇ ਆਧਾਰ ਤੇ ਵੀ ਨਹੀਂ ਜੌਬ ਦੇਣੀ ਇਹਨਾਂ ਨੇ। ਨਹੀਂ, ਮੈਨੂੰ ਲੱਗਦਾ ਨਵਜੋਤ ਸਿੱਧੂ ਸਾਹਿਬ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਹੈ, ਪੰਜਾਬ ਨੂੰ ਬਰਬਾਦ ਨਾ ਕਰਨ ਉਹ। 47 ਕਾਲਜ ਆਪਣੇ ਪੰਜਾਬ ਦੇ ਵਿੱਚ ਸਰਕਾਰੀ, ਜਿਨ੍ਹਾਂ ਦੇ ਵਿੱਚ ਟੀਚਰ ਹੀ ਹੈ ਨਹੀਂਗੇ। ਸਤਿ ਸ਼੍ਰੀ ਅਕਾਲ ਜੀ, ਔਨ 에ਅਰ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਨੂਰਵਰਜੋਤ ਕਰਦੀ ਹਾਂ ਸਵਾਗਤ। ਸੋ ਗੱਲ ਕਰਦੇ ਹਾਂ ਸਿਆਸਤ ਦੀ, ਤਾਂ ਜਿੱਥੇ ਹਰ ਇੱਕ ਪਾਰਟੀ ਦੇ ਵੱਲੋਂ ਆਪਣੇ ਐਲਾਨ ਕੀਤੇ ਜਾ ਰਹੇ ਨੇ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਅਸੀਂ ਇਸ ਤਰ੍ਹਾਂ ਤੁਹਾਨੂੰ ਸੁਰੱਖਿਆ ਮੁਹੱਈਆ ਕਰਾਵਾਂਗੇ। ਲੋਕਾਂ ਦੇ ਅਕੋਰਡਿੰਗ ਜਿਹੜੇ ਕਿਹਾ ਜਾ ਰਿਹਾ ਕਿ ਮੈਨੀਫੈਸਟੋ ਤਿਆਰ ਕੀਤੇ ਜਾਂਦੇ ਨੇ ਕਿ ਉਹਨਾਂ ਨੂੰ ਕੀ ਚਾਹੀਦਾ। ਔਰ ਉੱਥੇ ਜੇਕਰ ਗੱਲ ਕਰ ਲਈਏ ਕਾਂਗਰਸ ਦੀ, ਤਾਂ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਇਹ ਕੁਝ ਐਲਾਨ ਕੀਤੇ ਗਏ ਨੇ। ਉਹਨਾਂ ਦੀ ਸਰਕਾਰ ਆਉਣ ਤੋਂ ਬਾਅਦ ਔਰਤਾਂ ਨੂੰ ਜਿਹੜੀ ਹੈ ਸੁਰੱਖਿਆ ਮੁਹੱਈਆ ਕਰਾਈ ਜਾਏਗੀ, ਯਾਨੀ ਕਿ ਜਿਹੜੀਆਂ ਬੱਚੀਆਂ ਪੜ੍ਹਦੀਆਂ ਨੇ ਉਹਨਾਂ ਨੂੰ ਉਹਨਾਂ ਦੀ ਸਟੱਡੀ ਦੇ ਅਕੋਰਡਿੰਗ ਜਿਹੜੇ ਆ ਪੈਸੇ ਦਿੱਤੇ ਜਾਣਗੇ। ਸੋ ਇਸ ਸੰਬੰਧੀ ਨਵਜੋਤ ਸਿੰਘ ਸਿੱਧੂ ਦੇ ਇਸ ਐਲਾਨ ਸੰਬੰਧੀ ਲੋਕਾਂ ਦਾ ਕੀ ਕਹਿਣਾ ਹੈ? ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਗੱਲ ਕਰਦੇ ਸਨ ਤਾਂ ਉਹ ਕਹਿੰਦੇ ਸਨ ਕਿ ਮੇਰੀ ਕਾਂਗਰਸ ਪਾਰਟੀ ਦੇ ਵਿੱਚ ਕੋਈ ਨਹੀਂ ਸੁਣਦਾ। ਔਰ ਹੁਣ ਨਵਜੋਤ ਸਿੰਘ ਸਿੱਧੂ ਐਲਾਨ ਕਰ ਰਹੇ ਨੇ ਔਰ ਇਹਨਾਂ ਦੇ ਐਲਾਨਾਂ ਤੇ ਲੋਕਾਂ ਦਾ ਕੀ ਰਿਐਕਸ਼ਨ ਹੈ, ਆਓ ਜਾਣਦੇ ਹਾਂ। ਸੋ ਇਸ ਸੰਬੰਧੀ ਨੌਜਵਾਨਾਂ ਦੇ ਨਾਲ ਰਾਏ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਵੀ ਸੋਚਦੇ ਨੇ ਕਿ ਸਰਕਾਰ ਸਾਡੇ ਲਈ ਕੀ ਕਰੇਗੀ। ਔਰ ਇਸ ਸੰਬੰਧੀ ਆਪਾਂ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਅਵਤਾਰ ਸਿੰਘ। ਹਾਂਜੀ ਅਵਤਾਰ ਸਿੰਘ ਜੀ, ਕੀ ਕਹਿਣਾ ਚਾਹੋਗੇ ਜਿਸ ਅਕੋਰਡਿੰਗ ਹੁਣ ਨਵਜੋਤ ਸਿੰਘ ਸਿੱਧੂ ਐਲਾਨ ਕਰਨ ਲੱਗ ਗਏ ਨੇ? ਕਹਿੰਦੇ ਨੇ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਅਸੀਂ ਕੁੜੀਆਂ ਨੂੰ ਸਹੂਲਤਾਂ ਜਿਹੜੀਆਂ ਮੁਹੱਈਆ ਕਰਵਾਉਣੀਆਂ ਨੇ। ਤੁਸੀਂ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ? ਦੇਖੋ ਜੀ, ਜੋ ਸਰਕਾਰ ਨੇ ਇਹ ਨਵਾਂ ਰਿਵਾਜ ਤੋੜ ਲਿਆ ਫ੍ਰੀ ਦੇ ਰਿਵਾਜ ਐਲਾਨ ਕਰਨ ਦਾ, ਇਹ ਬਹੁਤ ਜ਼ਿਆਦਾ ਗਲਤ ਆ। ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਲੈ ਕੇ ਜਾਊਗਾ। ਪਲੀਜ਼ ਸਾਨੂੰ ਪਹਿਲਾਂ ਨਵਜੋਤ ਸਿੱਧੂ ਸਾਹਿਬ, ਚੰਨੀ ਸਾਹਿਬ ਇਹ ਐਕਸਪਲੇਨ ਕਰ ਦੇਣ। ਫ੍ਰੀ ਦੇ ਐਲਾਨ ਤਾਂ ਕਰ ਰਹੇ ਨੇ, ਉਹ ਰਿਸੋਰਸਿਸ ਕਿੱਥੋਂ ਲੈ ਕੇ ਆਉਣਗੇ? ਸਾਡੀ ਇਕਨੋਮੀ ਜਿਹੜੀ ਡਾਊਨਫਾਲ ਜਾ ਰਹੀ ਹੈ, ਅਕੋਰਡਿੰਗ ਟੂ ਰਿਪੋਰਟ ਆਫ ਕੈਗ ਕਿ ਪੰਜਾਬ ਦਾ ਜਿਹੜਾ ਲੋਨ ਹੈ, ਪੰਜਾਬ ਦਾ ਜਿਹੜਾ ਕਰਜ਼ਾ ਹੈ, ਆਉਣ ਵਾਲੇ 5 ਸਾਲਾਂ 'ਚ ਤਿੱਗਣਾ ਹੋ ਜਾਊਗਾ। ਠੀਕ ਹੈ ਜੀ, ਉਹ ਤਿੱਗਣਾ ਹੋ ਜਾਂਦਾ। ਸਾਡੇ ਕੋਲ ਰਿਸੋਰਸਿਸ ਆ, ਸਾਡਾ ਕਰਜ਼ਾ ਉਤਾਰਨ ਨੂੰ ਨਹੀਂ ਹੈਗੇ। ਸਾਡੇ ਜਿਹੜੀ ਇਨਕਮ ਹੋ ਰਹੀ ਹੈ ਪੰਜਾਬ ਦੀ, ਉਹ ਤਾਂ ਸਾਡੇ ਕਰਜ਼ੇ 'ਚ ਚਲੀ ਜਾਂਦੀ ਹੈ। ਅਸੀਂ ਇਹ ਸਾਰਾ ਫ੍ਰੀ ਸਮਾਨ ਦੇਵਾਂਗੇ ਕਿੱਥੋਂ?
ਸਾਡੇ ਇਕਨੋਮਿਕ ਰਿਸੋਰਸਿਸ ਕੀ ਨੇ, ਸਾਨੂੰ ਨਾਲ ਉਹ ਵੀ ਐਕਸਪਲੇਨ ਕਰਨ ਨਾ। ਉਹ ਦੱਸੋ ਕਿੱਥੋਂ ਲੈ ਕੇ ਆਉਣਗੇ ਉਹ। ਬਿਲਕੁਲ ਇੱਕ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਵਿਰੋਧੀ ਪਾਰਟੀਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਤੰਜ ਕੱਸਦੇ ਹੋਏ ਨਜ਼ਰ ਆਉਂਦੇ ਨੇ, ਜਿਸ ਹਿਸਾਬ ਦੇ ਨਾਲ ਜਿਵੇਂ ਉਹ ਕੇਵਲ ਮਾਫੀਆ ਦਾ ਆਪਣੀ ਸਰਕਾਰ ਨੂੰ ਲੈ ਕੇ ਬੋਲਦੇ ਨਜ਼ਰ ਆ ਰਹੇ ਸੀ ਕਿ ਇੰਨਾ ਖਰਚਾ ਕਿੱਦਾਂ ਹੋ ਜੂ, ਤੁਸੀਂ 100 ਰੁਪਏ ਦੇ ਵਿੱਚ ਕੇਵਲ ਕਿੱਦਾਂ ਲਵਾ ਦੋਗੇ। ਔਰ ਜਿਸ ਹਿਸਾਬ ਨਾਲ ਕੇਜਰੀਵਾਲ ਨੂੰ ਕਿਹਾ ਸੀ ਕਿ ਕੁੜੀਆਂ ਦੇ ਖਾਤੇ ਦੇ ਵਿੱਚ ਤੁਸੀਂ ਪੈਸੇ ਪਾਉਣ ਦੀ 1000 ਰੁਪਏ ਦੀ ਗੱਲ ਕਰ ਰਹੇ ਹੋ, ਤਾਂ ਉੱਥੇ ਹੀ ਨਵਜੋਤ ਸਿੰਘ ਸਿੱਧੂ ਖੁਦ ਹੀ ਐਲਾਨ ਕਰ ਰਹੇ ਨੇ। ਮਿਸਟਰ ਨਵਜੋਤ ਸਿੱਧੂ ਇਜ਼ ਅ ਅਨਸਟੇਬਲ ਪਰਸਨ। ਉਹਨਾਂ ਦਾ ਕੋਈ, ਉਹ ਕਿਤੇ ਟਿੱਕੇ ਨਹੀਂ ਖੜ ਸਕਦੇ, ਕਿਤੇ ਟਿੱਕੇ ਨਹੀਂ ਬਹਿ ਸਕਦੇ। ਉਹਨਾਂ ਦੀ ਤਾਂ ਆਪਣੀ ਪਾਰਟੀ 'ਚ ਨਹੀਂ ਬਣਦੀ, ਵਿਰੋਧੀਆਂ ਨਾਲ ਤਾਂ ਕੀ ਬਣੂਗੀ। ਠੀਕ ਹੈ ਜੀ। ਤੇ ਉਹ ਜਿਹੜਾ ਐਲਾਨ ਨੇ, ਅੱਜ ਮੈਨੂੰ ਲੱਗਦਾ ਰੰਧਾਵਾ ਸਾਹਿਬ ਦਾ ਵੀ ਬਿਆਨ ਆਇਆ ਕਿ ਸਿੱਧੂ ਸਾਹਿਬ ਹੋਮ ਮਿਨਿਸਟਰ ਬਣਨਾ ਚਾਹੁੰਦੇ ਨੇ। ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਉਹ ਕੀ ਚਾਹੁੰਦੇ ਨੇ, ਕੀ ਨਹੀਂ ਚਾਹੁੰਦੇ ਹੈਗੇ। ਨੇ ਮੈਨੂੰ ਲੱਗਦਾ ਨਵਜੋਤ ਸਿੱਧੂ ਸਾਹਿਬ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਹੈ, ਪੰਜਾਬ ਨੂੰ ਬਰਬਾਦ ਨਾ ਕਰਨ ਉਹ। ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਕੀ ਕਹਿਣਾ ਚਾਹੋਗੇ, ਸਪੈਸ਼ਲੀ ਕੁੜੀਆਂ ਲਈ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਜਦੋਂ ਸਰਕਾਰ ਐਲਾਨ ਕਰ ਦਿੰਦੀ ਹੈ, ਤਾਂ ਕਿਤੇ ਨਾ ਕਿਤੇ ਆਪਾਂ ਨੂੰ ਉਮੀਦ ਵੀ ਹੁੰਦੀ ਹੈ ਕਿ ਸ਼ਾਇਦ ਉਹ ਕੁਛ ਨਾ ਕੁਛ ਦੇਣ। ਔਰ ਨਵਜੋਤ ਸਿੰਘ ਸਿੱਧੂ ਇਹ ਐਲਾਨ ਕਰਦੇ ਨੇ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਅਸੀਂ ਕੁੜੀਆਂ ਨੂੰ ਸਹੂਲਤਾਂ ਮੁਹੱਈਆ ਕਰਾਵਾਂਗੇ, ਯਾਨੀ ਕਿ ਅਕੋਰਡਿੰਗ ਟੂ ਜਿਹੜੀ ਉਹਨਾਂ ਦੀ ਕਲਾਸ ਦੇ ਵਿੱਚ ਪੜ੍ਹਦੀਆਂ ਨੇ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ। ਪੈਸੇ ਦੇ ਨੇ, ਦੇਖੋ ਇਸ ਟਾਈਮ ਪੰਜਾਬ ਦਾ ਜਿਹੜਾ ਮਾਹੌਲ ਹੈ, ਕਿੰਨਾ ਯੂਥ ਅਨਇੰਪਲੋਇਡ ਬੈਠਾ ਹੈ ਨਾ। ਮੈਂ ਖੁਦ ਡਬਲ ਪ੍ਰੋਫੈਸ਼ਨਲ ਡਿਗਰੀ ਕੁਆਲੀਫਾਈਡ ਹਾਂ। ਸਟਿਲ ਕੀ ਹੋ ਜਾਂਦਾ ਆ, ਜੌਬ ਨਿਕਲਦੀ ਹੈ, ਉਹਦੀ ਪਲੇਸਮੈਂਟ ਨਹੀਂ ਹੋ ਪਾਉਂਦੀ, ਪੇਪਰ ਐਗਜ਼ਾਮ ਨਹੀਂ ਹੁੰਦਾ, ਪੇਪਰ ਕੈਂਸਲ ਹੋ ਜਾਂਦਾ, ਉਹਦੇ ਲੀਕ ਪਹਿਲਾਂ ਹੋ ਜਾਂਦੇ ਨੇ, ਹੈ ਨਾ। ਮੈਂ ਪਰਸਨਲੀ ਵੀ ਇੱਕ ਵਾਰ ਮਿਲੀ ਸੀਗੀ ਸੀਐਮ ਸਾਹਿਬ ਨੂੰ, ਤੇ ਉਹਨਾਂ ਦੇ ਸੈਕਟਰੀ ਸਾਹਿਬ ਕਹਿ ਰਹੇ ਨੇ ਕਿ ਜੀ ਪੇਪਰ ਆਨਲਾਈਨ ਸਿਸਟਮ ਤਾਂ ਇੰਨਾ ਵਧੀਆ ਹੈ ਕਿ ਸਾਰੀ ਟਰਾਂਸਪੇਰੈਂਸੀ ਹੈ। ਉਸ ਤੋਂ ਬਾਅਦ ਹੀ ਸਬ ਇੰਸਪੈਕਟਰ ਦਾ ਪੇਪਰ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੋ ਰਿਹਾ ਹੈ ਨਾ। ਇਸ ਲਈ ਐਲਾਨ ਕਰਨ ਤੋਂ ਜ਼ਿਆਦਾ ਚੰਗੀ ਗੱਲ ਹੈ ਕਿ ਤੁਸੀਂ ਇੰਪਲੀਮੈਂਟ ਪਹਿਲਾਂ ਜਿਹੜੀਆਂ ਪੁਰਾਣੀਆਂ ਆਪਣੀਆਂ ਚੀਜ਼ਾਂ ਨੇ, ਕਾਂਗਰਸ ਹੀ ਪਾਰਟੀ ਹੈ ਨਾ ਨਵਜੋਤ ਸਿੰਘ ਸਿੱਧੂ ਦੀ, ਤਾਂ ਉਹਨਾਂ ਨੂੰ ਇਹ ਚਾਹੀਦਾ ਕਿ ਆਪਣੀ ਪਾਰਟੀ ਦੇ ਜਿਹੜੇ ਉਹਨਾਂ ਦੇ ਇਸ ਟਾਈਮ ਗਵਰਨਮੈਂਟ ਹੈ ਉਹਨਾਂ ਨੂੰ ਕਹੋ ਕਿ ਜੋ ਚੀਜ਼ਾਂ ਹੈਗੀਆਂ ਉਹਨਾਂ ਨੂੰ ਪਹਿਲੇ ਇੰਪਲੀਮੈਂਟ ਕਰੋ, ਉਹ ਬਾਅਦ ਚ ਗੱਲਾਂ ਨੇ ਫਿਊਚਰ ਦੀਆਂ। ਦੇ ਨਾਲ ਬਿਲਕੁਲ ਸਹਿਮਤ ਹਾਂ। ਔਰ ਜਿਸ ਅਕੋਰਡਿੰਗ ਨਵਜੋਤ ਸਿੰਘ ਸਿੱਧੂ ਇਹ ਵੀ ਗੱਲਾਂ ਕਹਿੰਦੇ ਨੇ ਕਿ ਮੇਰੀ ਤਾਂ ਕਾਂਗਰਸ ਦੇ ਵਿੱਚ ਚੱਲਦੀ ਹੋਈ ਨਹੀਂ, ਮੇਰੀ ਤਾਂ ਕੋਈ ਸੁਣਦਾ ਹੀ ਨਹੀਂ, ਜੇ ਮੇਰੀ ਕੋਈ ਚੱਲਦੀ ਹੋਵੇ ਮੈਂ ਤਾਂ ਇਸ ਤਰ੍ਹਾਂ ਕਰ ਦੂੰ ਉਸ ਤਰ੍ਹਾਂ ਕਰ ਦੂੰ। ਬਟ ਫਿਰ ਐਲਾਨ ਕਰਨ ਲੱਗ ਗਏ ਨਵਜੋਤ ਸਿੰਘ ਸਿੱਧੂ, ਕਿਵੇਂ ਦੇਖਦੇ ਹੋ? ਐਲਾਨ ਤਾਂ ਦੇਖੋ ਹਰ ਕੋਈ ਕਰਦਾ ਆ, ਹੁਣ ਇਹ ਉਹਨਾਂ ਦੀ ਆਪਸ ਦੀ ਹੈ, ਉਹਨਾਂ ਵਿੱਚ ਤਾਂ ਮੈਂ ਕੋਈ ਰਿਵਿਊ ਨਹੀਂ ਦੇਣਾ ਚਾਹਾਂਗੀ। ਉਹਨਾਂ ਦੀ ਉਹ ਆਪਸ ਦੀ ਹੈ, ਉਹ ਤਾਂ ਆਪਾਂ ਨੂੰ ਰੋਜ਼ ਹੀ ਨਿਊਜ਼ ਵਿੱਚ ਪਤਾ ਲੱਗਦਾ ਹੈ ਕਿ ਕੋਈ ਕੁਛ ਐਲਾਨ ਕਰ ਰਿਹਾ ਹੈ, ਕਾਂਗਰਸ ਦਾ ਕੋਈ ਕੁਛ ਕਰ ਰਿਹਾ, ਉਹਨਾਂ ਦਾ ਆਪਸ ਵਿੱਚ ਹੀ ਕੰਪੈਟੀਬਿਲਿਟੀ ਨਹੀਂ ਹੈਗੀ। ਹਾਂਜੀ, ਕੀ ਲੱਗਦਾ ਕਿ ਜਿਹੜਾ ਹੁਣ ਕੁੜੀਆਂ ਦੇ ਲਈ ਚਲੋ ਮੰਨਦੇ ਆ ਐਲਾਨ ਕਰਦਾ ਹਰ ਕੋਈ, ਸਰਕਾਰ ਕਹਿ ਦਿੰਦੀ ਹੈ ਕੁੜੀਆਂ ਨੂੰ ਕਿ ਕੁੜੀਆਂ ਕੀ ਚਾਹੁੰਦੀਆਂ ਨੇ। ਨਹੀਂ ਬੀਇੰਗ ਏ ਵੂਮਨ, ਮੈਂ ਮਤਲਬ ਵਧੀਆ ਗੱਲ ਹੈ ਕਿ ਅਗਰ ਇਹ ਐਲਾਨ ਕਰਦੇ ਨੇ, ਐਨਫੋਰਸਮੈਂਟ ਹੋਣੀ ਚਾਹੀਦੀ ਹੈ ਨਾ। ਬਾਅਦ ਵਿੱਚ ਅਗਰ ਬਾਈ ਚਾਂਸ ਆ ਜਾਂਦੇ ਨੇ ਗਵਰਨਮੈਂਟ ਵਿੱਚ, ਉਹ ਚੀਜ਼ ਇੰਪਲੀਮੈਂਟ ਹੋਣੀ ਚਾਹੀਦੀ ਹੈ। ਐਲਾਨ ਤਾਂ ਪਹਿਲਾਂ ਤੋਂ ਕਿੰਨੀਆਂ ਸਰਕਾਰਾਂ ਕਰਦੀਆਂ ਆ ਰਹੀਆਂ ਨੇ, ਬਹੁਤ ਕਰਦੀਆਂ ਹੈ, ਪਰ ਉਹ ਗਰਾਊਂਡ ਰਿਐਲਿਟੀ ਤੱਕ ਤਾਂ ਪਹੁੰਚਦੀਆਂ ਹੀ ਨਹੀਂ ਹੈਗੀਆਂ ਚੀਜ਼ਾਂ। ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਰਾਏ ਸਾਂਝੀ ਕਰਨ ਦਾ। ਥੈਂਕ ਯੂ ਮੈਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਕਹਿਣਾ ਚਾਹੋਗੇ ਜਿਸ ਹਿਸਾਬ ਦੇ ਨਾਲ ਸਿੱਧੂ ਸਾਹਿਬ ਐਲਾਨ ਕਰ ਰਹੇ ਨੇ ਕਿ ਕੁੜੀਆਂ ਦੇ ਲਈ ਸਹੂਲਤਾਂ ਦੇਵਾਂਗੇ ਜਦੋਂ ਸਾਡੀ ਸਰਕਾਰ ਆਊਗੀ, ਤੁਸੀਂ ਕੀ ਕਹੋਗੇ ਇਸ ਬਾਰੇ? ਦੇਖੋ ਜੀ, ਇਹ ਗੱਲ ਆ ਕਿ ਸਹੂਲਤਾਂ ਚਲੋ ਦੇ ਰਹੇ ਆ, ਪਰ ਕੱਲੀਆਂ ਕੁੜੀਆਂ ਨੂੰ ਦੇਣੀਆਂ ਹਨਾ, ਉਹਦੇ ਵਿੱਚ ਮੁੰਡਿਆਂ ਨੂੰ ਲੈ ਕੇ ਕੁਝ ਡਿਸਕ੍ਰਿਮੀਨੇਸ਼ਨ ਆਪਾਂ ਕਹਿ ਸਕਦੇ ਹਾਂ ਹੋ ਰਿਹਾ। ਤੇ ਇਸ ਤੋਂ ਇਲਾਵਾ ਆਪਾਂ ਕਹਿ ਸਕਦੇ ਹਾਂ ਕਿ ਹਰ ਮਹੀਨੇ ਉਹਨਾਂ ਨੇ ਕਿਹਾ ਵੀ 20-20 ਹਜ਼ਾਰ ਦੇਣਾ, ਤਾਂ ਫਿਰ ਜੌਬ ਲੈਣ ਦੀ ਆਪਾਂ ਨੂੰ ਲੋੜ ਹੀ ਨਹੀਂ, ਕਿਉਂਕਿ ਆਪਣਾ ਪ੍ਰੋਪਰ ਇਹਦੇ ਨਾਲ ਪੂਰਾ ਮੈਨੇਜ ਹੋ ਜਾਂਦਾ ਹਰ ਮਹੀਨੇ। ਪਹਿਲੀ ਗੱਲ ਇੰਨਾ ਖਰਚਾ ਹੁੰਦਾ ਹੀ ਨਹੀਂ, 20 ਹਜ਼ਾਰ ਆਪਾਂ ਨੂੰ ਬਚੂਗਾ ਹੀ। ਤੇ 5th ਕਲਾਸ ਦੀਆਂ ਕੁੜੀਆਂ ਨੂੰ ਆਪਾਂ ਕਹਿੰਦੇ ਆ 2-2 ਹਜ਼ਾਰ ਦੇਣਾ, ਸ਼ਾਇਦ 2-2 ਹਜ਼ਾਰ 5,000, ਤਾਂ ਫਿਰ ਉਹਨਾਂ ਦੀ ਇਹ ਫੈਮਿਲੀ ਯੂਜ਼ ਕਰੂਗੀ। ਇਸ ਤੋਂ ਇਲਾਵਾ ਸਿੱਧਾ ਫੈਮਿਲੀ ਨੂੰ ਇਹ ਆਫਰ ਦਿੱਤੀ ਜਾਵੇ ਕੁੜੀਆਂ ਨੂੰ, ਮਤਲਬ ਲੈ ਕੇ ਸਪੈਸ਼ਲ। ਬਾਕੀ ਇੰਨੀ ਹਜੇ ਦੇਣ ਦੀ ਮੈਨੂੰ ਨਹੀਂ ਲੱਗਦਾ ਇਹ ਚੀਜ਼ ਪੂਰੀ ਹੋ ਸਕਦੀ। ਬਿਲਕੁਲ ਜਿਸ ਹਿਸਾਬ ਦੇ ਨਾਲ ਸਿੱਧੂ ਸਾਹਿਬ ਕਹਿੰਦੇ ਨੇ ਕਿ ਅਸੀਂ ਮੇਰੀ ਤਾਂ ਕੋਈ ਸੁਣਦਾ ਨਹੀਂ ਕਾਂਗਰਸ ਦੇ ਵਿੱਚ, ਹੈ ਨਾ। ਪਹਿਲਾਂ ਜਦੋਂ ਕੈਪਟਨ ਸਾਹਿਬ ਦੇ ਹੁੰਦੇ ਉਹ ਕਹਿੰਦੇ ਆਏ ਨੇ, ਔਰ ਰੀਸੈਂਟਲੀ ਸਿੱਧੂ ਸਾਹਿਬ ਐਲਾਨ ਕਰ ਰਹੇ ਨੇ ਕਿ ਅਸੀਂ ਤੁਹਾਡੇ ਅਕੋਰਡਿੰਗ ਆਪਣੇ ਮੈਨੀਫੈਸਟੋ ਦੇ ਵਿੱਚ ਪਾਵਾਂਗੇ ਜੋ ਤੁਹਾਨੂੰ ਚੀਜ਼ਾਂ ਦੀ ਲੋੜ ਹੈ। ਹਾਂਜੀ, ਇਹੀ ਹੈ ਨਾ ਵੀ ਆਪਾਂ ਨੂੰ ਇਸ ਚੀਜ਼ ਸਮਝੋ ਬਾਹਰ ਆਪਣੀ, ਕਿ ਪਹਿਲਾਂ ਉਹ ਕਹਿ ਰਹੇ ਕਿ ਪੁੱਛਦੇ ਨਹੀਂ, ਬਾਅਦ 'ਚ ਖੁਦ ਹੀ ਐਲਾਨ ਕਰ ਰਹੇ ਆ। ਮਤਲਬ ਕਿ ਸਾਰੀ ਗੇਮ ਕਿਤੇ ਨਾ ਕਿਤੇ ਉਹਨਾਂ ਦੇ ਹੱਥ ਵਿੱਚ ਵੀ ਹੈਗੀ ਆ, ਫਿਰ ਵੀ ਉਹ ਕਿਉਂ ਕਹਿ ਰਹੇ ਆ ਕਿ ਮੈਨੂੰ ਪੁੱਛਦੇ ਨਹੀਂ। ਕੀ ਲੱਗਦਾ ਕਿ ਜੇ ਮੰਨ ਲਓ ਸਰਕਾਰ ਆ ਜਾਂਦੀ ਹੈ ਇਨ ਕੇਸ, ਤਾਂ ਕੀ ਲੱਗਦਾ ਜਿਹੜੇ ਐਲਾਨ ਹੋ ਰਹੇ ਨੇ ਇਹ ਪੂਰੇ ਹੋ ਜਾਣਗੇ? ਤੁਹਾਨੂੰ ਕੁੜੀਆਂ ਨੂੰ ਇੱਕ ਆਪਾਂ ਨੂੰ ਉਮੀਦ ਹੁੰਦੀ ਹੈ ਨਾ ਵੀ ਜੇ ਕੋਈ ਸਰਕਾਰ ਨੇ ਐਲਾਨ ਕੀਤਾ ਸ਼ਾਇਦ ਸਾਡੀਆਂ ਕੁਝ ਮੰਗਾਂ ਪੂਰੀਆਂ ਕਰ ਦੇ ਸਰਕਾਰ। ਦੇਖੋ, ਜਿਵੇਂ ਆਪਾਂ ਨੂੰ ਕਹਿੰਦੇ ਆ ਕਿ ਖਜ਼ਾਨਾ ਖਾਲੀ ਆ, ਤਾਂ ਫਿਰ ਇੰਨੀ ਵੱਡੀ ਜਿਹੜੀ ਰਕਮ ਆ ਜੋ ਵੀ ਆ ਦੇਣੀ ਕਿੰਨੀ ਔਖੀ ਆ। ਤੇ ਕੁੜੀਆਂ ਕਿਹੜਾ ਥੋੜੀਆਂ, ਬਹੁਤ ਜ਼ਿਆਦਾ ਕੁੜੀਆਂ, ਇੰਨੇ ਵੱਡੇ ਲੈਵਲ ਤੇ ਇੰਨਾ ਖਰਚਾ ਪੂਰਾ ਕਰਨਾ ਬਹੁਤ ਔਖਾ।
ਬਾਕੀ ਦੇਖੋ ਅੱਗੇ ਕੀ ਹੁੰਦਾ ਦੇਖ ਲਾਂ। ਕੁੜੀਆਂ ਨੂੰ ਲੈ ਕੇ ਨਾ ਇਹ ਪੈਸਿਆਂ ਵਾਲੀ ਗੱਲ ਬੜੀ ਜ਼ਿਆਦਾ ਆਉਂਦੀ ਹੈ। ਹਰ ਇੱਕ ਸਰਕਾਰ ਐਲਾਨ ਕਰ ਦਿੰਦੀ ਹੈ ਕਿ ਜਿਸ ਹਿਸਾਬ ਨਾਲ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਮੈਂ ਕੁੜੀਆਂ ਦੇ ਅਕਾਊਂਟ 'ਚ ਪੈਸੇ ਪਾਉਣੇ ਆ 1000 ਰੁਪਇਆ, ਔਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਾਹਿਬ ਖੁਦ ਕਹਿ ਰਹੇ ਨੇ, ਆਪਣੇ ਸੁਖਬੀਰ ਸਿੰਘ ਬਾਦਲ, ਸਾਰੀਆਂ ਸਰਕਾਰਾਂ ਆਲਮੋਸਟ ਕਹਿ ਰਹੀ ਕਿ ਕੁੜੀਆਂ ਨੂੰ ਪੈਸੇ ਦੇਵਾਂਗੇ। ਕਿਉਂ ਇਸ ਤਰ੍ਹਾਂ ਹੋ ਰਿਹਾ? ਮੈਮ ਦੇਖੋ ਜੇ ਆਪਾਂ ਨੂੰ ਪਹਿਲੀ ਗੱਲ ਇਹਨਾਂ ਨੂੰ ਰੁਜ਼ਗਾਰ ਹੀ ਦੇਣਾ ਚਾਹੀਦਾ। ਆਪਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਵੀ ਮਤਲਬ ਉਸ ਚੀਜ਼ ਵੱਲ ਭੇਜਣਾ ਇੱਕ ਚੰਗੀ ਗੱਲ ਮੈਨੂੰ ਤਾਂ ਨਹੀਂ ਲੱਗਦਾ। ਬਾਕੀ ਇਹਨਾਂ ਨੂੰ ਰੁਜ਼ਗਾਰ ਵੱਲ ਜ਼ਿਆਦਾ ਕਰਨਾ ਚਾਹੀਦਾ ਇਸ ਚੀਜ਼ ਨਾਲੋਂ। ਕਿਵੇਂ ਦੇਖਦੇ ਹੋ, ਇੱਕ ਤੁਹਾਡੀ ਪਰਸਨਲੀ ਜੋ ਇੱਕ ਰਾਏ ਲਿੱਤੀ ਜਾਵੇ ਤਾਂ ਉਸ ਅਕੋਰਡਿੰਗ ਤੁਸੀਂ ਕੁੜੀਆਂ ਹਨਾ, ਤੇ ਕੁੜੀਆਂ ਨੂੰ ਹਮੇਸ਼ਾ ਹੁੰਦਾ ਕਿ ਸਰਕਾਰ ਜਦੋਂ ਕੋਈ ਕੁੜੀਆਂ ਦੇ ਲਈ ਐਲਾਨ ਕਰਦੀ ਆ ਤਾਂ ਚਲੋ ਵੀ ਕੁਝ ਵਧੀਆ ਹੋ ਜਾਂਦੇ, ਸਾਨੂੰ ਉਮੀਦ ਹੋ ਜਾਂਦੀ ਹੈ। ਉੱਥੇ ਹੀ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਪ੍ਰਧਾਨ ਨੇ ਕਹਿੰਦੇ ਨੇ ਕਿ ਕੁੜੀਆਂ ਦੇ ਲਈ ਅਸੀਂ ਸਹੂਲਤਾਂ ਦੇਵਾਂਗੇ, ਜਦੋਂ ਸਾਡੀ ਸਰਕਾਰ ਆਊਗੀ ਅਸੀਂ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਵੀ ਪਾਵਾਂਗੇ। ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਮਤਲਬ ਇਲੈਕਸ਼ਨਸ ਦੇ ਟਾਈਮ ਤੇ ਆ ਕੇ ਇਦਾਂ ਦੇ ਐਲਾਨ ਦਿੰਦੇ ਆ, ਜਿਵੇਂ ਬਹੁਤ ਵਾਰੀ ਪਹਿਲਾਂ ਵੀ ਦਿੱਤਾ, ਸਕੂਟੀਜ਼ ਦੇਵਾਂਗੇ, ਸਾਈਕਲ ਦੇਵਾਂਗੇ। ਇਹ ਸਿਰਫ ਮਤਲਬ ਲੋਕਾਂ ਨੂੰ ਮੈਨੀਪੂਲੇਟ ਕਰਨ ਦਾ ਇੱਕ ਵੇ ਹੁੰਦਾਗਾ ਵੀ ਵੋਟਿੰਗਸ ਜਿੰਨੀ ਤੋਂ ਜ਼ਿਆਦਾ ਹੋ ਸਕੇ ਹਨਾ, ਵੀ ਉਹਨਾਂ ਕੋਲ ਆ ਸਕਣ ਤੇ ਉਹ ਦੁਬਾਰਾ ਜਿੱਤ ਜਾਣ, ਇਹੀ ਤਰੀਕਾ ਹੁੰਦਾ। ਬਾਕੀ ਦੂਸਰਾ ਪਰਸਨਲੀ ਮੈਨੂੰ ਇਹ ਫੀਲ ਹੋ ਰਿਹਾ ਕਿ ਕੁੜੀਆਂ ਨੂੰ ਮਤਲਬ ਇਹ ਡਿਗਰੇਡਡ ਫੀਲ ਕਰਾ ਰਹੇ ਆ, ਲੋ ਫੀਲ ਕਰਵਾ ਰਹੇ ਆ ਕਿ ਜਿਵੇਂ ਤੁਸੀਂ ਮੁੰਡਿਆਂ ਦੇ ਬਰਾਬਰ ਖੜ ਹੀ ਨਹੀਂ ਸਕਦੀਆਂ, ਵੀ ਤੁਹਾਨੂੰ ਅਸੀਂ ਪਹਿਲਾਂ ਹੀ ਮਤਲਬ ਵੀ ਅਸੀਂ ਤੁਹਾਨੂੰ ਖਰਚਾ ਦੇ ਦਿੰਦੇ ਆ ਹਨਾ, ਵੀ ਫਿਰ ਕੀ ਉਹ ਮਤਲਬ ਕੰਪੀਟ ਨਾ ਕਰਨ, ਕੰਪੀਟੀਸ਼ਨ 'ਚੋਂ ਬਾਹਰ ਹੋ ਜਾਣ, ਵੀ ਉਹਨਾਂ ਨੂੰ ਉਹ ਚੀਜ਼ ਮਿਲ ਹੀ ਰਹੀ ਹੈਗੀ, ਫਿਰ ਪੜ੍ਹਨ ਦਾ ਵੀ ਕੋਈ ਫਾਇਦਾ ਨਹੀਂ ਰਹਿ ਜਾਊਗਾ। ਦੂਸਰੀ ਗੱਲ ਕਿਤੇ ਨਾ ਕਿਤੇ ਮੁੰਡਿਆਂ ਦੇ ਦਿਲ 'ਚ ਵੀ ਇਹ ਚੀਜ਼ ਆਊਗੀ ਵੀ ਉਹਨਾਂ ਦੇ ਨਾਲ ਵੀ ਡਿਸਕ੍ਰਿਮੀਨੇਸ਼ਨ ਹੋ ਰਿਹਾ ਹੈ, ਜੈਂਡਰ ਬੇਸ ਤੇ ਵੀ ਪੋਲਿਟਿਕਸ ਖੇਡਣ ਦੀ ਕੋਸ਼ਿਸ਼ ਕਰ ਰਹੇ ਆ। ਉਹ ਰਿਲੀਜਨ ਨੂੰ ਲੈ ਕੇ ਤਾਂ ਪਹਿਲਾਂ ਵੀ ਆਉਂਦੇ ਹੁੰਦੇ ਸੀ, ਹੁਣ ਇਹ ਨਵਾਂ ਤਰੀਕਾ ਲੱਭਿਆ ਹੈ ਮੇਰੇ ਅਕੋਰਡਿੰਗ ਉਹਨਾਂ ਨੇ। ਬਾਕੀ ਫਿਰ ਦੇਖੋ ਕਹਿੰਦੇ ਮਤਲਬ ਹੋਰ ਕੋਈ ਵੀ ਗੱਲ ਹੁੰਦੀ ਹੈ ਤਾਂ ਖਜ਼ਾਨਾ ਖਾਲੀ ਹੁੰਦਾ ਹੈਗਾ, ਨਹੀਂ ਮਤਲਬ ਇਹਨਾਂ ਤੋਂ ਪੂਰਾ ਨਹੀਂ ਆਉਂਦਾ, ਕਰਜ਼ੇ ਨਹੀਂ ਪੂਰੇ ਆਉਂਦੇ ਇਹਨਾਂ ਤੋਂ ਹਨਾ, ਵੀ ਅਸੀਂ ਮੁਆਵਜ਼ਾ ਨਹੀਂ ਦੇ ਸਕਦੇ ਕਿਸਾਨਾਂ ਨੂੰ, ਫਿਰ ਆਹ ਗੱਲਾਂ ਆ ਜਾਂਦੀਆਂ ਨੇ ਇਹਨਾਂ ਕੋਲ। ਲੇਕਿਨ ਹੁਣ ਸਿਰਫ ਇੱਕ ਇਲੈਕਸ਼ਨਸ ਖਾਤਰ ਵੀ ਇਲੈਕਸ਼ਨਸ ਜਿੱਤਨੇ ਆ ਇਹਨਾਂ ਨੇ, ਤਾਂ ਕਰਕੇ ਹੁਣ ਇੱਦਾਂ ਦੀ ਸਕੀਮਸ ਰੱਖ ਰਹੇ ਆਗੇ ਵੀ ਕੁੜੀਆਂ ਨੂੰ ਇੱਦਾਂ ਮਤਲਬ ਪੈਸੇ ਦਿੱਤੇ ਜਾਣਗੇ ਹਨਾ, ਤੇ ਫਿਰ ਮਤਲਬ ਇਹ ਕਿੱਥੋਂ ਪੈਸਾ ਆਏਗਾ? ਫਿਰ ਉਦੋਂ ਨਹੀਂ ਮਤਲਬ ਬਜਟ ਹਿੱਲੇਗਾ, ਉਦੋਂ ਨਹੀਂ ਖਾਤਾ ਇਹਨਾਂ ਦਾ ਖਾਲੀ ਹੋਏਗਾ। ਤਾਂ ਇਹ ਸਿਰਫ ਬਸ ਸਕੈਮ ਹੈ ਇੱਕ ਤਰੀਕੇ ਦਾ ਵੀ ਵੋਟਿੰਗਸ ਲੈਣ ਦਾ। ਇੱਥੇ ਇੱਕ ਹੋਰ ਸਵਾਲ ਜਦੋਂ ਤਿਆਰ ਹੋ ਜਾਂਦਾ ਹੈ ਕਿ ਕੁੜੀਆਂ ਨੂੰ ਜਦੋਂ ਪੈਸਿਆਂ ਦੀਆਂ ਸਹੂਲਤਾਂ ਦੀ ਜਦੋਂ ਗੱਲ ਕੀਤੀ ਜਾਂਦੀ ਆ, ਕਿ ਇਹ ਸਹੂਲਤ ਹੈ ਜਾਂ ਇਹ ਲਾਲਚ ਹੈ? ਮੇਰੇ ਅਕੋਰਡਿੰਗ ਤਾਂ ਇਹ ਲਾਲਚ ਹੀ ਹੈ, ਸਹੂਲਤ ਤਾਂ ਨਹੀਂ ਹੈ। ਸਹੂਲਤ ਦੇਣੀ ਹੈ ਤਾਂ ਮਤਲਬ ਓਪਰਚੁਨਿਟੀਜ਼ ਵਧੀਆ ਦੇਣੀ ਚਾਹੀਦੀਆਂ, ਹੋਰ ਓਪਰਚੁਨਿਟੀਜ਼, ਪੋਸਟਾਂ ਹੋਰ ਕੱਢਣ ਵਧੀਆ ਇਹ ਹਨਾ, ਜੌਬਸ ਦੇਣ। ਹੁਣ ਕੋਈ ਵੀ ਮਤਲਬ ਪੋਸਟ ਨਿਕਲਦੀ ਆ, ਪੇਪਰ ਹੁੰਦੇ ਆ, ਉਹਨਾਂ ਨੂੰ ਤਾਂ ਕੈਂਸਲ ਕਰ ਦਿੰਦੇ ਆ ਇਹ, ਤੇ ਫ੍ਰੀ 'ਚ ਇੱਥੇ ਪੈਸੇ ਦੇਣ ਨੂੰ ਕਹਿ ਰਹੇ। ਵੈਸੇ ਇਹ ਚੀਜ਼ ਇੰਪਲੀਮੈਂਟ ਹੋਣੀ ਤਾਂ ਹੈ ਨਹੀਂ ਗੀ ਕਦੇ, ਸਿਰਫ ਇੱਕ ਲਾਲਚ ਹੈਗਾ। ਵੱਧ ਤੋਂ ਵੱਧ ਕੁਝ ਕੁ ਲੋਕਾਂ ਨੂੰ ਪ੍ਰੋਵਾਈਡ ਕਰ ਦੇਣਗੇ, ਉਹ ਸ਼ੋਅ ਕਰ ਦੇਣਗੇ ਇੱਕ ਫਰੇਮ ਦੇ ਵਿੱਚ ਕਿ ਹਾਂਜੀ ਅਸੀਂ ਇਹ ਚੀਜ਼ ਪ੍ਰੋਵਾਈਡ ਕਰਨੀ ਸੀ, ਅਸੀਂ ਕਰ ਦਿੱਤੀ, ਦੇਖੋ ਦੈਟਸ ਇਟ। ਹਾਂਜੀ, ਇਸ ਹਿਸਾਬ ਨਾਲ ਗੱਲ ਕਰ ਲਈਏ ਸਿਆਸਤ ਦੀ, ਤਾਂ ਉੱਤੇ ਹੁਣ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਹੀ ਐਲਾਨ ਕੀਤਾ ਹੈ। ਉਹ ਕਹਿੰਦੇ ਨੇ ਕਿ ਜਦੋਂ ਸਾਡੀ ਸਰਕਾਰ ਆਏਗੀ ਤਾਂ ਅਸੀਂ ਔਰਤਾਂ ਨੂੰ ਜਿਹੜੀ ਸੁਰੱਖਿਆ ਮੁਹੱਈਆ ਕਰਾਵਾਂਗੇ, ਉਹਨਾਂ ਨੂੰ ਉਹਨਾਂ ਦੇ ਖਾਤਿਆਂ 'ਚ ਵਿੱਚ ਪੈਸੇ ਪਾਏ ਜਾਣਗੇ। ਕੀ ਤੁਸੀਂ ਕਹਿਣਾ ਚਾਹੁੰਦੇ ਹੋ ਇਸ ਐਲਾਨ ਤੋਂ ਬਾਅਦ? ਇਸ ਤੋਂ ਪਹਿਲਾਂ ਵੀ ਸਿੱਧੂ ਸਾਹਿਬ ਜਿਹੜੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਆ, ਤਾਂ ਇਸ ਤੋਂ ਪਹਿਲਾਂ ਜਿਹੜੀ ਸਰਕਾਰ ਆ ਉਹ ਵੀ ਕਾਂਗਰਸ ਦੀ ਰਹੀ ਆ, ਤਾਂ ਉਹਨਾਂ ਦੇ ਸਮੇਂ ਮਤਲਬ ਕਿ ਉਹ ਕੰਮ ਨਹੀਂ ਹੋ ਸਕੇ ਜੋ, ਪਰ ਹੁਣ ਕਿਸ ਤਰੀਕੇ ਦੇ ਨਾਲ ਪੜ੍ਹਾਈ ਫ੍ਰੀ ਕਰਕੇ ਜਾਂ ਵੱਡੇ ਵੱਡੇ ਐਲਾਨ ਕਰਕੇ ਸਰਕਾਰ ਕਹਿ ਰਹੀ ਆ ਕਿ ਤੁਸੀਂ ਸਰਕਾਰ ਬਣਾਓ ਕਿ ਅਸੀਂ ਤੁਹਾਨੂੰ ਮਤਲਬ ਕਿ ਆਹ ਸਹੂਲਤਾਂ ਦੇਵਾਂਗੇ। ਪਰ ਐਟ ਪ੍ਰੈਜ਼ੈਂਟ ਕਿਹੜੀ ਸਰਕਾਰ ਚੱਲ ਰਹੀ ਆ? ਸਾਡਾ ਵੀ ਸਵਾਲ ਆ ਸਿੱਧੂ ਸਾਹਿਬ ਨੂੰ ਆ ਕਿ ਜਿਹੜੀ ਹੁਣ ਸਰਕਾਰ ਚੱਲ ਰਹੀ ਆ ਉਹ ਕਿੰਨਾ ਦੀ ਆ? ਜਿਹੜੀ ਤੁਸੀਂ ਨਵੀਂ ਸਰਕਾਰ ਦੀ ਮੰਗ ਕਰ ਰਹੇ ਹੋ ਉਹ ਕਿੰਨਾ ਦੀ ਹੋਵੇਗੀ ਤੇ ਇਹ ਕਿੰਨਾ ਦੀ ਹੈ? ਧੰਨਵਾਦ। ਜਿਸ ਅਕੋਰਡਿੰਗ ਸਿਆਸਤ ਦੇ ਵਿੱਚ ਬਦਲਾਅ ਹੋ ਰਹੇ ਨੇ, ਕੋਈ ਪਾਰਟੀਆਂ ਛੱਡ ਰਹੇ, ਮਤਲਬ ਇਸ ਵਾਰ ਸਿਆਸਤ ਪਤਾ ਨਹੀਂ ਅਜੀਬ ਜੀ ਹੋ ਗਈ ਹੈ, ਲੋਕੀ ਨਾ ਇੰਜੋਏ ਕਰ ਰਹੇ ਨੇ ਪੋਲਿਟਿਕਸ ਨੂੰ ਬਹੁਤ ਜ਼ਿਆਦਾ। ਔਰ ਰੀਸੈਂਟਲੀ ਹੁਣ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦਾ ਬਿਆਨ ਆਇਆ, ਜੋ ਐਲਾਨ ਕਰ ਰਹੇ ਨੇ ਕਿ ਅਸੀਂ ਆਉਣ ਵਾਲੀ ਸਾਡੀ ਸਰਕਾਰ ਦੇ ਵਿੱਚ, ਕਾਂਗਰਸ ਸਰਕਾਰ ਆਉਂਦੀ ਹੈ ਤਾਂ ਅਸੀਂ ਕੁੜੀਆਂ ਨੂੰ ਸਹੂਲਤ ਦੇਵਾਂਗੇ। ਕੀ ਮਾਇਨੇ ਰੱਖਦੀਆਂ ਉਹਨਾਂ ਦੀਆਂ ਇਹ ਗੱਲਾਂ? ਦੇਖੋ ਜੀ, ਉਹਨਾਂ ਦੇ ਜਿਹੜੇ ਇਹ ਗੱਲਾਂ ਨਾ ਖਾਲੀ ਲਿਫਾਫੇ ਨੇ, ਠੀਕ ਹੈ ਨਾ। ਐਲਾਨ ਕਰਦੇ ਜਾ ਰਹੇ, ਐਲਾਨ ਕਰਦੇ ਨੇ, ਪਰ ਸਵਾਲ ਸਾਡਾ ਇਹ ਆਊ ਕਿੱਥੋਂ? ਕਿਹਦੀਆਂ ਜੇਬਾਂ 'ਚ ਆਊਗਾ? ਸਾਡੀਆਂ ਜੇਬਾਂ 'ਚ ਆਊਗਾ ਹੈ ਨਾ। ਜੇਕਰ ਉਹ ਕੁੜੀਆਂ ਨੂੰ ਐਲਾਨ ਕਰ ਰਹੇ ਤਾਂ ਫਿਰ ਮੁੰਡੇ ਕਿੱਥੇ ਜਾਣਗੇ ਹੈ ਨਾ? ਮੁੰਡੇ ਕਿੱਥੇ ਜਾਣਗੇ? ਕਿਉਂਕਿ ਅਸੀਂ ਤਾਂ 30 ਸਾਲਾਂ ਦੇ ਹੋਏ ਪਏ ਆ ਇੱਥੇ, ਸਾਡੇ ਕੋਲ ਤਾਂ ਰੁਜ਼ਗਾਰ ਹੈ ਨਹੀਂਗਾ। ਪਿੱਛੇ ਪੋਸਟਾਂ, ਕੋਈ ਪੋਸਟ ਨਹੀਂ ਆਉਂਦੀ, ਮਾਸਟਰ ਕੇਡਰ ਦੀ ਦੇਖ ਲਓ, ਉਹਦੇ 'ਚ ਪੋਸਟ ਨਹੀਂ ਆਉਂਦੀ। ਸਾਨੂੰ ਰੁਜ਼ਗਾਰ ਦਿਓ, ਨਾ ਕਿ ਅਸੀਂ ਫਰੀ ਦਾ ਕੁਛ ਲੈਣਾ। ਜੇ ਕੁਛ ਫਰੀ ਦਾ ਮਿਲ ਰਿਹਾ ਇਟ ਮੀਨਸ ਉਹਨਾਂ ਦੇ ਪਿੱਛੇ ਕੋਈ ਸਿਆਸਤ ਹੈ। ਪਹਿਲੀ ਗੱਲ ਤਾਂ ਦੇਣਾ ਨਹੀਂ ਉਹਨਾਂ ਨੇ, ਠੀਕ ਹੈ ਨਾ। ਅਸੀਂ ਇਸ ਦੇ ਖਿਲਾਫ ਹੈ। ਨਵਜੋਤ ਸਿੰਘ ਸਿੱਧੂ ਜੋ ਚਰਨਜੀਤ ਸਿੰਘ ਉਹਨਾਂ ਦੇ ਖਿਲਾਫ ਹੈ, ਤੇ ਅਸੀਂ ਇੱਥੋਂ ਯੂਨੀਵਰਸਿਟੀ ਲੈਵਲ ਤੇ ਇੰਨਾ ਕੁ ਤਾਂ ਸੋਚ ਸਕਦੇ ਹਾਂ ਵੀ ਫਰੀ 'ਚ ਕਿਉਂ ਦੇ ਰਹੇ ਆ। ਤੇ ਜੇ ਇਹਨਾਂ ਨੇ ਔਰਤਾਂ ਨੂੰ ਫਰੀ ਕਿਰਾਇਆ ਦਿੱਤਾ ਸੀਗਾ, ਇਹਨਾਂ ਨੂੰ ਲੱਗਦਾ ਸੀਗਾ ਵੀ ਔਰਤਾਂ ਨੂੰ ਅਸੀਂ ਫਰੀ ਬੱਸਾਂ ਦਾ ਕਿਰਾਇਆ ਦਿੰਦੇ ਹਾਂ ਤੇ ਸਾਡੀ ਜਿਹੜੀ ਪਕੜ ਮਜ਼ਬੂਤ ਹੋ ਕੈਪਟਨ ਅਮਰਿੰਦਰ ਸਿੰਘ ਨੇ, ਹੈ ਨਾ।
ਪਰ ਉਹ ਕੀ ਅਸਲ 'ਚ ਲੱਗਦਾ ਇਹ ਉਹਨਾਂ ਦੀ ਪਕੜ ਮਜ਼ਬੂਤ ਹੋਈ ਹੈ? ਬਿਲਕੁਲ ਨਹੀਂ। ਅਸੀਂ ਸਟੂਡੈਂਟ ਹੈ ਹਨਾ, ਅਸੀਂ ਬਠਿੰਡੇ ਤੋਂ ਆ ਕੇ ਚੱਲ ਪਟਿਆਲੇ ਆਉਣੇ ਆ, ਸਾਡਾ 250 ਰੁਪਏ ਕਿਰਾਇਆ ਲੱਗਦਾ ਹਨਾ। ਅਸੀਂ ਸਟੂਡੈਂਟ ਆ, ਸਾਨੂੰ ਕੋਈ ਭੱਤਾ ਨਹੀਂ ਮਿਲ ਰਿਹਾ, ਸਾਨੂੰ ਕੋਈ ਵਜ਼ੀਫਾ ਨਹੀਂ ਮਿਲ ਰਿਹਾ, ਤੇ ਅਸੀਂ ਵੀ ਤਾਂ ਲਾ ਰਹੇ ਹਾਂ ਨਾ, ਠੀਕ ਨਾ। ਉੱਤੇ ਕੁੜੀਆਂ ਜੋ ਫਿਰ ਮਤਲਬ ਮੰਨ ਕੇ ਚਲੋ, ਮੈਂ ਐ ਨਹੀਂ ਕਹਿੰਦਾ ਵੀ ਗਲਤ ਕੀਤਾ, ਕਈ ਕੁੜੀਆਂ ਇਹੋ ਜਿਹੀਆਂ ਵੀ ਜਿਨ੍ਹਾਂ ਨੂੰ ਰੁਜ਼ਗਾਰ ਮਿਲਿਆ ਹੋਇਆ, ਠੀਕ ਹੈ ਨਾ, 40 50 ਹਜ਼ਾਰ ਰੁਪਏ ਤਨਖਾਹ ਵੀ ਲੈਂਦੀਆਂ, ਉਹਨਾਂ ਨੂੰ ਫ੍ਰੀ ਕਿਉਂ ਕੀਤਾ ਹੋਇਆ? ਠੀਕ ਹੈ ਨਾ। ਜੇ ਤੁਸੀਂ ਫ੍ਰੀ ਕਰਨਾ, ਕੋਈ ਏਜ ਲਿਮਿਟ ਰੱਖੋ, 60 ਪਲੱਸ ਰੱਖੋ, ਜੋ ਚਲੋ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਰੱਖੋ, ਸਾਰਿਆਂ ਨੂੰ ਇਹ ਸਹੂਲਤ ਕਿਉਂ? ਠੀਕ ਹੈ ਨਾ। ਸੋ ਜਿਸ ਹਿਸਾਬ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਪਹਿਲੀ ਵਾਰ ਹੀ ਕਹਿ ਦਈਏ ਤਾਂ ਇੱਕ ਤਰ੍ਹਾਂ ਦਾ ਐਲਾਨ ਕੀਤਾ ਕਿ ਜਦੋਂ ਕਹਿੰਦੇ ਨੇ ਕਿ ਮੇਰੀ ਤਾਂ ਕਾਂਗਰਸ ਸਰਕਾਰ ਦੇ ਵਿੱਚ ਚੱਲਦੀ ਹੀ ਨਹੀਂ, ਜਦੋਂ ਕੈਪਟਨ ਸਾਹਿਬ ਇੱਥੇ ਹੁੰਦੇ ਸੀ ਤਾਂ ਨਵਜੋਤ ਸਿੰਘ ਸਿੱਧੂ ਇਹ ਗੱਲਾਂ ਕਹਿੰਦੇ ਸਨ, ਤਾਂ ਹੁਣ ਨਵਜੋਤ ਸਿੰਘ ਸਿੱਧੂ ਆਪ ਐਲਾਨ ਕਰ ਰਹੇ ਨੇ। ਕੀ ਲੱਗਦਾ ਕਿ ਇਹਨਾਂ ਦੇ ਐਲਾਨ ਜੇ ਸਰਕਾਰ ਆਉਂਦੀ ਹੈ ਤਾਂ ਟਿਕ ਪਾਉਣਗੇ? ਨਹੀਂ, ਮੈਨੂੰ ਨਹੀਂ ਲੱਗਦਾ ਇਹ ਟਿਕ ਪਾਉਣਗੇ ਵੀ ਜੇਕਰ ਚੱਲਦੀ ਨਹੀਂ ਅਸਤੀਫਾ ਕਿਉਂ ਨਹੀਂ ਦਿੱਤਾ? ਠੀਕ ਹੈ ਨਾ। ਕੋਈ ਤੁਹਾਨੂੰ ਧੱਕੇ ਨਾਲ ਮਜਬੂਰੀ ਵਾਸਤੇ ਰੱਖ ਨਹੀਂ ਰਿਹਾ, ਤੁਸੀਂ ਲੋਕਾਂ ਦੇ ਨੁਮਾਇੰਦੇ ਆ। ਤੁਹਾਡੀ ਜੇ ਲੋਕ ਤੁਹਾਨੂੰ ਪਿੱਛੇ ਪ੍ਰੈਸ਼ਰ ਕਰ ਰਹੇ ਆ, ਸਿੱਧੂ ਸਾਹਿਬ ਇਹ ਕਰੋ, ਸਿੱਧੂ ਸਾਹਿਬ ਉਹ ਕਰੋ, ਹਨਾ, ਤੁਹਾਨੂੰ ਲੱਗਦਾ ਵੀ ਮੈਂ ਨਹੀਂ ਕਰ ਸਕਦਾ, ਫਿਰ ਤੁਸੀਂ ਅਸਤੀਫਾ ਦਿਓ। ਜੇ ਅਸਤੀਫਾ ਵੀ ਦਿੰਦੇ ਆ, ਉਹ ਲੋਕ ਦਿਖਾਵਾ ਸਿਰਫ ਉਹਨੂੰ ਇੱਕ ਹਾਈਲਾਈਟ ਕੀਤਾ ਜਾਂਦਾ, ਮੁੱਦਾ ਬਣਾ ਕੇ ਕੀਤਾ ਜਾਂਦਾ, ਫਿਰ ਰੈਲੀਆਂ ਕਰਕੇ ਉਹਨੂੰ ਜੁਆਇਨਿੰਗ ਕਰਾਈ ਜਾਂਦੀ ਆ, ਹਨਾ। ਤੇ ਹੁਣ ਕਹਿ ਰਹੇ ਆ, ਸਿੱਧੂ ਸਾਹਿਬ ਕਹਿ ਰਹੇ ਆ ਵੀ ਸਾਡੀ ਸਰਕਾਰ ਆਉਣ ਦਿਓ, ਅਸੀਂ ਫਿਰ ਆਹ ਵਾਅਦੇ ਪੂਰੇ ਕਰਾਂਗੇ। ਹੁਣ ਸਰਕਾਰ ਕਿਹਦੀ ਰਹੀ ਆ? ਚਲੋ ਮੰਨਿਆ 4.5 ਸਾਲ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਸੁਣੀ, 100 ਦਿਨ ਹੋ ਗਏ ਅੱਜ ਪੂਰੇ ਕਰ ਗਈ, 100 ਦਿਨ ਕੈਪਟਨ ਦੀ ਚੰਨੀ ਸਰਕਾਰ, ਤੇ ਤੁਹਾਡੇ ਕੋਲੇ ਪਾਵਰ ਸੀ 100 ਦਿਨ, ਤੁਸੀਂ 100 ਦਿਨ 'ਚ ਕੀ ਕੀਤਾ ਹੈ? ਸਵਾਲ ਇਹ ਹੈ ਨਾ, ਤੁਸੀਂ ਇਕੱਲੇ ਐਲਾਨ ਕੀਤੇ ਆ, ਇੱਕ ਵੀ ਐਲਾਨ ਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ, ਇੱਕ ਵੀ ਵਾਅਦਾ ਜੋ ਇੰਪਲੀਮੈਂਟ ਕੀਤਾ ਗਿਆ ਹੋਵੇ ਉਹ ਦੱਸੋ ਤੁਸੀਂ। ਕਾਂਸਟੇਬਲ ਦੀ ਭਰਤੀ ਆਈ, ਉਹ ਨਹੀਂ ਪੂਰ ਚੜੀ, ਠੀਕ ਹੈ ਨਾ। ਸਾਡੇ ਪ੍ਰੋਫੈਸਰਾਂ ਦੀ ਭਰਤੀ ਆਈ ਹੈ, ਉਹ ਨਹੀਂ ਪੂਰ ਚੜੀ, ਉਹ ਰੁਲਦੇ ਫਿਰਦੇ ਆ ਵਿਚਾਰੇ, ਹੈ ਨਾ। ਮਾਸਟਰ ਕੇਡਰ ਦੀਆਂ ਪੋਸਟਾਂ ਆਈਆਂ, ਉਹ ਨਹੀਂ। ਪੰਜਾਬੀ ਯੂਨੀਵਰਸਿਟੀ ਪੰਜਾਬ ਦੇ ਨਾਂ 'ਤੇ ਪੰਜਾਬੀ ਭਾਸ਼ਾ 'ਤੇ ਬਣੀ ਹੋਈ ਹੈ, ਇਹਨਾਂ ਨੇ ਮਾਸਟਰ ਦੇ ਕੇਡਰ ਦੇ ਵਿੱਚ ਪੰਜਾਬੀ ਦੀਆਂ ਪੋਸਟਾਂ ਨਹੀਂ ਕੱਢੀਆਂ, ਹੈ ਨਾ। ਉਹ ਸਾਰੀਆਂ ਬੈਕਲੌਗ ਦੀਆਂ ਪੋਸਟਾਂ ਕੱਢਤੀਆਂ, ਉਹਦੇ ਪੰਜਾਬੀ ਦੀਆਂ ਪੋਸਟਾਂ ਨਾ ਮਾਤਰ ਨੇ। ਕੀ ਤੁਸੀਂ ਪੰਜਾਬ ਨੂੰ ਕੀ ਰੀਪ੍ਰਜੈਂਟ ਕਰ ਰਹੇ ਹੋ? ਹੈ ਪੰਜਾਬ ਨੂੰ ਤੁਸੀਂ ਇਹ ਰੀਪ੍ਰਜੈਂਟ ਕਰ ਰਹੇ ਹੋ ਵੀ ਤੁਸੀਂ ਪੰਜਾਬੀ ਛੱਡੋ, ਤੁਸੀਂ ਅੰਗਰੇਜ਼ੀ ਵੱਲ ਜਾਓ, ਹੈ ਨਾ। ਅੰਗਰੇਜ਼ੀ ਦੀਆਂ ਇੰਨੀਆਂ ਪੋਸਟਾਂ ਆਈਆਂ, ਉਹਦੇ 'ਚ 30 ਨੰਬਰ ਵਾਲੇ ਬੰਦੇ ਵੀ ਲੱਗੇ ਹੋਏ ਆ, ਹੈ ਨਾ। ਅਤੇ ਪੰਜਾਬੀ ਨੂੰ ਤੁਸੀਂ ਬਿਲਕੁਲ ਖਤਮ ਕਰ ਰਹੇ ਹੋ। ਨਾਲ ਚੰਨੀ ਸਾਹਿਬ ਵੀ ਇਹ ਕਹਿੰਦੇ ਸੀਗੇ ਕਿ ਹੁਣ ਤਾਂ ਪੰਜਾਬ ਦੇ ਵਿੱਚ ਪੰਜਾਬੀ ਲਾਜ਼ਮੀ ਹੋ ਜਾਏਗੀ, ਕਿ ਪੰਜਾਬੀ ਵਾਲੇ ਨੂੰ ਹੀ ਨੌਕਰੀ ਦਿੱਤੀ ਜਾਏਗੀ, ਔਰ ਪੰਜਾਬੀ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਊਗੀ। ਤੇ ਉਸ ਤੋਂ ਬਾਅਦ ਕੀ ਹੋ ਰਿਹਾ ਹੈ? ਇਹੀ ਤਾਂ ਗੱਲ ਹੈ ਨਾ। ਚੰਨੀ ਸਾਹਿਬ ਤਾਂ ਹੁਣ ਕਹਿੰਦੇ 17 ਯੂਨੀਵਰਸਿਟੀਆਂ ਦਾ 17 ਕਾਲਜ ਖੋਲ੍ਹੇ ਗਏ ਆ, ਪ੍ਰੋਫੈਸਰ ਭਰਤੀ ਨਹੀਂ ਕਰ ਰਹੇ ਤੇ ਕਾਲਜਾਂ 'ਚ ਪੜ੍ਹਾਊ ਕੌਣ? ਹੈ ਨਾ। ਇੱਥੇ ਦੇਖੋ, ਸਾਡੇ ਆ ਸਾਰੇ PhD ਵਾਲੇ ਅਸੀਂ, ਤੇ ਅਸੀਂ ਤਾਂ ਰੁਜ਼ਗਾਰ ਵੱਲੋਂ ਤਰਸਦੇ ਫਿਰਦੇ ਆ। ਸਾਨੂੰ ਤਾਂ ਮੈਨੂੰ ਲੱਗਦਾ ਤਰਸ ਦੇ ਆਧਾਰ 'ਤੇ ਵੀ ਨਹੀਂ ਜੋਬ ਦੇਣੀ ਇਹਨਾਂ ਨੇ, ਠੀਕ ਹੈ ਨਾ। ਐਲੀਜੀਬਿਲਟੀਆਂ ਪੂਰੀਆਂ ਕੀਤੀਆਂ ਹੋਈਆਂ, ਸਭ ਕੋਲ ਐਲੀਜੀਬਿਲਟੀ ਹੈ, ਠੀਕ ਹੈ ਨਾ। ਤੇ ਉਹਨਾਂ ਨੂੰ ਐਲੀਜੀਬਿਲਟੀ ਦੇ ਹਿਸਾਬ ਨਾਲ ਵੀ ਨਹੀਂ ਜੋਬ ਮਿਲ ਰਹੀ, ਠੀਕ ਹੈ ਨਾ। ਫਿਰ ਇਹਨਾਂ ਨੇ ਕਾਲਜ ਖੋਲ੍ਹਣ ਦਾ ਮੰਤਵ ਕੀ ਹੈ? ਇਹਨਾਂ ਪ੍ਰਾਈਵੇਟੇਸ਼ਨ ਕਰੀ ਜਾਂਦੇ ਆ ਹਰੇਕ ਚੀਜ਼ ਦਾ, ਹੈ ਨਾ। ਪ੍ਰਾਈਵੇਟ ਕਾਲਜ ਖੋਲ੍ਹ ਰਹੇ ਆ, ਨਿੱਜੀਕਰਨ ਕਰ ਰਹੇ ਆ, ਤੇ ਸਰਕਾਰੀ ਸੰਸਥਾਵਾਂ ਦਾ ਇਹਨਾਂ ਨੇ ਬੇੜਾ ਗਰਕ ਕੀਤਾ ਹੋਇਆ ਹੈਗਾ। 47 ਕਾਲਜ ਆਪਣੇ ਪੰਜਾਬ ਦੇ ਵਿੱਚ ਸਰਕਾਰੀ, ਜਿਨ੍ਹਾਂ ਦੇ ਵਿੱਚ ਟੀਚਰ ਹੀ ਹੈ ਨਹੀਂ ਗੇ। ਹਾਂਜੀ, ਇਹ ਸਾਡੇ ਨਾਲ ਨੌਜਵਾਨ ਮੌਜੂਦ ਸਨ, ਤਾਂ ਇਹਨਾਂ ਦੀ ਰਾਏ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਜਿਸ ਹਿਸਾਬ ਨਾਲ ਪਹਿਲਾਂ ਵੀ ਦੱਸਿਆ ਕਿ ਨੌਜਵਾਨ ਕੀ ਐਕਸਪੈਕਟ ਕਰਦੇ ਨੇ ਆਉਣ ਵਾਲੀ ਸਰਕਾਰ ਤੋਂ। ਸੋ ਇਹਨਾਂ ਦਾ ਇਹੀ ਕਹਿਣਾ ਕਿ ਸਾਨੂੰ ਫ੍ਰੀ ਦੇ ਵਿੱਚ ਕੁਝ ਨਹੀਂ ਚਾਹੀਦਾ, ਤੁਸੀਂ ਸਾਨੂੰ ਰੁਜ਼ਗਾਰ ਦਿਓ। ਔਰ ਦੂਜੇ ਪਾਸੇ ਜੇਕਰ ਕੁੜੀਆਂ ਦੀ ਗੱਲ ਕੀਤੀ ਜਾਵੇ ਤਾਂ ਕੁੜੀਆਂ ਨੂੰ ਸਹੂਲਤ ਦਿੰਦੇ ਨੇ, ਤਾਂ ਮੁੰਡੇ ਕਹਿੰਦੇ ਨੇ ਕਿ ਸਾਨੂੰ ਵੀ ਸਹੂਲਤ ਦਿੱਤੀ ਜਾਣੀ ਚਾਹੀਦੀ, ਕਿਉਂਕਿ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਜਾ ਰਿਹਾ। ਸੋ ਤੁਹਾਡਾ ਇਸ ਸੰਬੰਧੀ ਕੀ ਕਹਿਣਾ ਹੈ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਹੋਰ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ, ਦੇਖਦੇ ਰਹੋ ਔਨ 에ਅਰ। ਮੇਰੇ ਤੇ ਆਗਿਆ, ਸਤਿ ਸ਼੍ਰੀ ਅਕਾਲ।